ਦੋਸਤੋ ਕੁਝ ਦਿਨ ਦੇ ਐਕਟੀਵਿਟੀਜ਼ ਵੱਧ ਗਈਆਂ ਨੇ ਸਿਆਸਤ ਦੇ ਵਿੱਚ ਔਰ ਐਸੇ ਫਰੀਕ ਇੱਕ ਦੂਸਰੇ ਨਾਲ ਮਿਲ ਰਹੇ ਨੇ ਜਿਨ੍ਹਾਂ ਦਾ ਮਿਲਣਾ ਬੜਾ ਮੁਹਾਲ ਸੀ। ਇੱਕ ਸਟੇਟਮੈਂਟ ਯਾਦ ਹੋਏਗਾ ਤੁਹਾਨੂੰ। ਇਮਰਾਨ ਖਾਨ ਨੇ ਕਾਫੀ ਅਰਸਾ ਪਹਿਲੇ ਕਿਹਾ ਸੀ ਕਿ ਅਸੀਂ ਗੱਲ ਕਰਾਂਗੇ ਬਰਾਹ ਰਾਸਤ ਐਸਟੈਬਲਿਸ਼ਮੈਂਟ ਦੇ ਨਾਲ ਜਾਂ ਇਦਾਰੇ ਦੇ ਨਾਲ, ਇੰਝ ਕਹਿ ਲਵੋ। ਅਤੇ ਬਾਕੀ ਲੋਕ ਹੱਸਣਾ ਸ਼ੁਰੂ ਹੋ ਗਏ ਸਨ। ਖਾਸ ਤੌਰ 'ਤੇ ਮੁਸਲਿਮ ਲੀਗ ਨੂਨ ਨੇ ਬੜਾ ਠੱਠਾ ਇਹਦਾ ਉਡਾਇਆ ਸੀ ਇਸ ਗੱਲ ਦਾ, ਔਰ ਉਹਨਾਂ ਦਾ ਇਹ ਖਿਆਲ ਸੀ ਕਿ ਇਹ ਕਿਸ ਤਰ੍ਹਾਂ ਦੀ ਗੱਲ ਹੈ, ਔਰ ਉਹ ਇਹ ਕਹਿ ਰਹੇ ਸਨ ਕਿ ਇਹ ਤਾਂ ਗੈਰ ਜਮਹੂਰੀ ਸੋਚ। ਬਹਰਹਾਲ ਇੱਕ ਪਾਰਟੀ ਉਹਨੇ ਮੁਤਾਲਬਾ ਕੀਤਾ ਉਹਦੇ ਕਾਇਦ ਨੇ ਕਿ ਇੰਝ ਹੋਣਾ ਹੈ, ਔਰ ਉਸੇ ਤਰ੍ਹਾਂ ਫਿਰ ਗੱਲ ਰਹਿ ਗਈ। ਹੁਣ ਅਸੀਂ ਇਹ ਵੇਖਣ ਡਏ ਹਾਂ ਕਿ ਬਰਾਹ ਰਾਸਤ ਅਗਰ ਇਦਾਰਾ ਜਾਂ ਇਦਾਰੇ ਦਾ ਸਰਬਰਾਹ, ਇਸਟੈਬਲਿਸ਼ਮੈਂਟ ਦਾ ਸਰਬਰਾਹ, ਉਹ ਗੱਲ ਕਰੇ PTI ਨਾਲ ਤਾਂ ਕਿਸ ਤਰ੍ਹਾਂ ਕਰੇਗਾ, ਇਹ ਤਲਾਸ਼ ਕਰਨ ਦੀ ਮੈਂ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਕਰੇਗਾ। ਇੱਕ ਤਾਂ ਹੈਗਾ ਸੀ ਤਰੀਕਾ ਕਿ ਉਹ ਸਿੱਧਾ ਸਿੱਧਾ ਗਵਰਨਮੈਂਟ ਨੂੰ ਕਵੇ ਕਿ ਗਵਰਨਮੈਂਟ ਉਹਦੇ ਬਿਹਾਫ ਦੇ ਉੱਤੇ, ਔਰ ਗਵਰਨਮੈਂਟ ਤੋਂ ਮੁਰਾਦ ਹੈਗੀ ਹੈ ਸ਼ਬਾਜ਼ ਸ਼ਰੀਫ ਜਾਂ ਉਹਨਾਂ ਦੀ ਕਬੀਨਾ ਦੇ ਕੋਈ ਲੋਕ, ਮੁਸਲਿਮ ਲੀਗ ਦੇ ਲੋਕ, ਇਸ ਤਰ੍ਹਾਂ ਕਹਿ ਲਓ ਤੁਸੀਂ, ਜਾਂ ਪੀਪਲਜ਼ ਪਾਰਟੀ ਦੇ। ਅਤੇ PTI ਦੇ ਸਰਬਰਾਹ ਨੇ ਕਹਿ ਦਿੱਤਾ ਪਹਿਲੇ ਦਿਨ ਤੋਂ ਕਿ ਮੈਂ ਨਾ ਤਾਂ ਮੁਸਲਿਮ ਲੀਗ ਨੂਨ ਦੇ ਕਿਸੇ ਬੰਦੇ ਨਾਲ ਗੱਲ ਕਰਨੀ ਅਤੇ ਨਾ ਪੀਪਲਜ਼ ਪਾਰਟੀ ਦੇ ਨਾਲ, ਇਸੇ ਤਰ੍ਹਾਂ MQM ਦੇ ਨਾਲ ਨਹੀਂ ਕਰਨੀ। ਕਿਉਂ ਨਹੀਂ ਕਰਨੀ? ਕਿਉਂਕਿ ਉਹਨਾਂ ਦਾ ਇਹ ਖਿਆਲ ਹੈ ਕਿ ਰਜੀਮ ਚੇਂਜ ਦੇ ਵਿੱਚ ਇਹਨਾਂ ਪਾਰਟੀਆਂ ਨੇ ਬੁਨਿਆਦੀ ਕਿਰਦਾਰ ਅਦਾ ਕੀਤਾ, ਇਸ ਵਾਸਤੇ ਇਹਨਾਂ ਦੇ ਨਾਲ ਗੱਲ ਨਹੀਂ ਕਰਨੀ। ਮੌਲਾਨਾ ਫਜ਼ਲ ਰਹਿਮਾਨ ਦੇ ਨਾਲ ਵੀ ਸ਼ੁਰੂ ਤੋਂ ਉਹਨਾਂ ਦਾ ਮੌਕਫ ਸਖਤ ਸੀ, ਲੇਕਿਨ ਫਿਰ ਮੌਲਾਨਾ ਦੇ ਮੌਕਫ ਦੇ ਵਿੱਚ ਚੂੰਕਿ ਇੱਕ ਤਬਦੀਲੀ ਲਚਕ ਅਸੀਂ ਮਹਿਸੂਸ ਕਰ ਰਹੇ ਹਾਂ ਪਿਛਲੇ ਕੁਝ ਅਰਸੇ ਤੋਂ, ਅਤੇ ਹੁਣ ਉਹ ਰਾਬਤੇ ਹੋ ਗਏ ਉਹਨਾਂ ਦੇ। ਅਸਦ ਕੈਸਰ ਜਿਹੜੇ ਨੇ PTI ਦੇ, ਉਹਨਾਂ ਨੇ ਮੌਲਾਨਾ ਦੇ ਨਾਲ ਕਾਫੀ ਮੁਲਾਕਾਤਾਂ ਕੀਤੀਆਂ ਨੇ। ਕੁਝ ਮੁਲਾਕਾਤਾਂ ਡਿਕਲੇਅਰ ਨੇ, ਕੁਝ ਮੁਲਾਕਾਤਾਂ ਜਿਹੜੀਆਂ ਨੇ ਉਹ ਗੁਪਤ ਨੇ, ਉਹਨਾਂ ਦਾ ਹਾਲੇ ਤੱਕ ਸਾਨੂੰ ਰਿਜ਼ਲਟ ਨਹੀਂ ਪਤਾ ਲੱਗਾ ਕਿ ਕੀ ਹੈ। ਲੇਕਿਨ ਦੋਵਾਂ ਤਰਫਾ ਇੱਕ ਤਾਂ ਫਾਇਰ ਬੰਦ ਨੇ, ਇੱਕ ਦੂਸਰੇ ਦੇ ਖਿਲਾਫ ਬਿਆਨਾਤ ਨਹੀਂ ਹੋ ਰਹੇ। ਫਿਰ ਇਹ ਵੀ ਕਿ ਇੱਕ ਦੂਸਰੇ ਵਾਸਤੇ ਕੁਝ ਸੌਫਟ ਵੀ ਕਾਰਨਰ ਦਿਖਾਇਆ ਜਾ ਰਿਹਾ ਸਟੇਟਮੈਂਟਸ ਦੇ ਵਿੱਚ, ਅਤੇ ਇੱਥੋਂ ਇਹ ਲੱਗਦਾ ਪਤਾ ਕਿ ਕੋਈ ਚੀਜ਼ਾਂ ਉਹਨਾਂ ਦੇ ਦਰਮਿਆਨ ਚੱਲ ਰਹੀਆਂ ਨੇ ਔਰ ਉਹਨਾਂ ਦੇ ਮੁਫਾਹਮਤ ਦੇ ਹਵਾਲੇ ਨਾਲ ਚੱਲ ਰਹੀਆਂ ਨੇ। ਇਸ ਵਾਸਤੇ ਦੋਵੇਂ ਮੁਹਤਾਤ ਨੇ ਗੱਲਾਂ 'ਚ। ਇੱਕ ਹੋਰ ਜਿਹੜੀ ਗੱਲ ਇਹ ਆਈ ਸਾਹਮਣੇ ਕਿ ਮੁਹਸਨ ਨਕਵੀ ਜਿਹੜੇ ਨੇ, ਉਹ ਸਮਝਿਆ ਜਾਂਦਾ ਕਿ ਇਸਟੈਬਲਿਸ਼ਮੈਂਟ ਦਾ ਫੇਸ ਨੇ, ਅਸਲ ਫੇਸ ਉਹ ਨੇ, ਇਹ ਸਮਝਿਆ ਜਾਂਦਾ ਹੈ। ਸ਼ਬਾਜ਼ ਸ਼ਰੀਫ ਜਾਂ ਮੁਸਲਿਮ ਲੀਗ ਨੂਨ ਜਾਂ ਹੋਰ ਕੋਈ ਨਹੀਂ। ਯਾਨੀ ਅਗਰ ਮੁਹਸਨ ਨਕਵੀ PTI ਦੀ ਕਿਸੇ ਆਲਾ ਤਰੀਨ ਇਲੈਕਟਿਡ ਪੋਜੀਸ਼ਨ ਵਾਲੇ ਬੰਦੇ ਦੇ ਨਾਲ ਗੱਲਬਾਤ ਕਰਨ, ਅਤੇ ਉਹਦਾ ਮਤਲਬ ਕੀ ਹੋਵੇਗਾ? ਇਹ ਜ਼ਰਾ ਵਜ਼ਾਹਤ। ਇਹਦਾ ਮਤਲਬ ਇਹ ਹੋਵੇਗਾ ਕਿ ਇਸਟੈਬਲਿਸ਼ਮੈਂਟ ਔਰ PTI ਦੇ ਦਰਮਿਆਨ ਕੋਈ ਆਲਾ ਸਤੀ ਰਾਬਤਾ ਹੋ ਗਿਆ, ਇਹਦਾ ਮਤਲਬ ਇਹ ਹੋਵੇਗਾ। ਅੱਛਾ, ਉਸ ਰਾਬਤੇ ਦੀ ਇੱਕ ਸ਼ਕਲ ਕਿਵੇਂ ਆਈ ਸਾਹਮਣੇ? ਸ਼ਕਲ ਇਹ ਆਈ ਕਿ ਖੈਬਰ ਪਖਤੂਨਖਵਾ ਦੇ ਵਿੱਚ ਬਿਜਲੀ ਦੀ ਜਿਹੜੀ ਲੋਡ ਸ਼ੈਡਿੰਗ ਹੈ, ਉਹਦੇ ਉੱਤੇ ਅਲੀ ਅਮੀਨ ਗੰਡਾਪੁਰ ਨੇ ਇਤਰਾਜ਼ ਕੀਤਾ। ਉਹਨਾਂ ਨੇ ਜਾ ਕੇ ਜਿਹੜਾ ਪੈਸਕੋ ਦਾ ਜਿਹੜਾ ਸਰਬਰਾਹ ਹੈ ਉਹਨੂੰ ਬੁਲਾ ਲਿਆ, ਪੈਸਕੋ ਦਾ ਸਰਬਰਾਹ ਉਹਨਾਂ ਨੂੰ ਮਿਲਿਆ। ਫਿਰ ਉਸ ਤੋਂ ਬਾਅਦ ਮੁਹਸਨ ਨਕਵੀ ਜਾ ਕੇ ਮਿਲੇ, ਔਰ ਹੁਣ ਮੁਹਸਨ ਨਕਵੀ ਦੁਬਾਰਾ ਉਹਨਾਂ ਨੂੰ ਮਿਲੇ, ਲੇਕਿਨ ਉਹਨਾਂ ਦੇ ਨਾਲ ਅਵੈਸ ਲਗਾਰੀ ਨੇ। ਅਤੇ ਅਵੈਸ ਲਗਾਰੀ ਮੁਸਲਿਮ ਲੀਗ ਨੂਨ ਦੇ ਅਹਿਮ ਇੱਕ ਰਹਿਨੁਮਾ ਨੇ, ਲੇਕਿਨ ਇਹ ਯਾਦ ਰੱਖੋ ਕਿ ਉਹਨਾਂ ਦੀ ਜਿਹੜੀ ਬੁਨਿਆਦੀ ਸ਼ਨਾਖਤ ਹੈਗੀ ਉਹ ਵੀ ਇਸਟੈਬਲਿਸ਼ਮੈਂਟ ਦੇ ਬੜੇ ਇੱਕ ਪਿਆਰੇ ਦੇ ਤੌਰ 'ਤੇ ਨੇ। ਅਤੇ ਦੋਵੇਂ ਮਿਲੇ ਨੇ, ਔਰ ਇਹਨਾਂ ਨੇ ਬਜ਼ਾਹਿਰ ਜਿਹੜੀ ਮੁਲਾਕਾਤ ਉਹਦੇ ਵਿੱਚ ਇਹੋ ਹੀ ਕਿਹਾ ਕਿ ਖੈਬਰ ਪਖਤੂਨਖਵਾ ਦੇ ਵਿੱਚ ਜਿਹੜੀ ਬਿਜਲੀ ਦੀ ਲੋਡ ਸ਼ੈਡਿੰਗ ਹੈ ਉਹਨੂੰ ਇੱਕ ਮੰਤਕੀ ਰੱਖਿਆ ਜਾਵੇਗਾ, ਲੋਕਾਂ ਦੇ ਵਾਸਤੇ ਮਸਾਇਲ ਨਹੀਂ ਪੈਦਾ ਕੀਤੇ ਜਾਣਗੇ, ਰਿਲੀਫ ਦਿੱਤਾ ਜਾਏਗਾ, ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਲੇਕਿਨ ਇਹਨੂੰ ਤੁਸੀਂ ਅਗਰ ਵੇਖਣਾ ਚਾਹੋ ਤਾਂ ਦੂਸਰੇ ਐਂਗਲ ਨਾਲ, ਜਿਸ ਤਰ੍ਹਾਂ ਮੈਂ ਵੇਖ ਰਿਹਾ ਤੁਸੀਂ ਵੀ ਵੇਖ ਸਕਦੇ ਜੀ। ਔਰ ਉਹ ਐਂਗਲ ਹੈਗਾ ਵੇ ਕਿ ਇਸਟੈਬਲਿਸ਼ਮੈਂਟ ਨੇ ਬਾਕਾਇਦਾ ਤੌਰ 'ਤੇ ਰਾਬਤੇ ਜਿਹੜੇ ਨੇ ਉਹ ਸ਼ੁਰੂ ਕਰ ਦਿੱਤੇ ਨੇ ਤਹਿਰੀਕ-ਏ-ਇਨਸਾਫ ਦੀ ਕਿਆਦਤ ਦੇ ਨਾਲ। ਕੱਲ੍ਹ ਅਲੀ ਅਮੀਨ ਗੰਡਾਪੁਰ ਗਏ ਜੇਲ੍ਹ ਦੇ ਵਿੱਚ ਅਡਿਆਲਾ, ਔਰ ਉਹਨਾਂ ਨੇ ਜਾ ਕੇ ਇਮਰਾਨ ਖਾਨ ਨੂੰ ਬਰੀਫ ਕੀਤਾ ਕਿ ਉਹ ਖਸੂਸੀ ਸਰਮਾਇਆਕਾਰੀ ਸਹੂਲਤ ਕੌਂਸਲ ਦੇ ਵਿੱਚ ਜਿਹੜੀ ਸ਼ਿਰਕਤ ਉਹਨਾਂ ਨੇ ਕੀਤੀ, ਉੱਥੇ ਕੀ ਗੱਲਬਾਤ ਹੋਈ, ਕੀ ਫੈਸਲੇ ਹੋਏ, ਔਰ ਯਕੀਨਨ ਇਹ ਵੀ ਇੱਕ ਅੰਦਾਜ਼ਾ ਕੀਤਾ ਜਾ ਰਿਹਾ ਕਿ ਉਹਨਾਂ ਦੇ ਹੁਣ ਤੱਕ ਜਿਹੜੇ ਰਾਬਤੇ ਹੋਏ ਨੇ ਇਸਟੈਬਲਿਸ਼ਮੈਂਟ ਦੇ ਨਾਲ, ਉਹਨਾਂ ਰਾਬਤਿਆਂ ਦੀ ਸ਼ਕਲ ਕੀ ਹੈ, ਉਹਦੇ ਵਿੱਚ ਕਿਹੜੇ ਕਿਹੜੇ ਜਿਹੜੀਆਂ ਚੀਜ਼ਾਂ ਨੇ ਉਹ ਜ਼ੇਰੇ ਬਹਿਸ ਆਈਆਂ ਨੇ ਸਾਹਮਣੇ, ਔਰ ਕਿਹੜੀਆਂ ਚੀਜ਼ਾਂ ਦੇ ਉੱਤੇ ਇਮਰਾਨ ਖਾਨ ਦੀ ਮਜ਼ੀਦ ਰਹਿਨੁਮਾਈ ਲੈਣ ਦੀ ਜ਼ਰੂਰਤ ਹੈ।
ਇਹ ਉਹ ਚੀਜ਼ਾਂ ਸਾਹਮਣੇ ਆ ਸਕਦੀਆਂ ਨੇ। ਅੱਛਾ, ਇਹਦੇ ਨਾਲ ਇਹ ਇੱਕ ਜਿਹੜੀ ਵੱਡੀ ਜਮਾਤ ਹੈ ਉਹਨੂੰ ਅਹਿਸਾਸ ਹੋ ਰਿਹਾ ਵੇ ਕਿ ਸ਼ਾਇਦ ਗੱਲ ਜਿੱਧਰ ਵਧਣ ਡਈ ਹੈ ਨਾ, ਉਹਦੇ ਵਿੱਚ ਉਹ ਪਿੱਛੇ ਰਹਿ ਜਾਣਾ। ਅਤੇ ਉਹਦੇ ਲੋਕਾਂ ਨੇ ਸਟੇਟਮੈਂਟ ਇੱਕ ਦਿੱਤੀ, ਖੁਰਸ਼ੀਦ ਸ਼ਾਹ ਸਾਹਿਬ ਨੇ, ਪੀਪਲਜ਼ ਪਾਰਟੀ ਦੇ ਜਿਹੜੇ ਅਹਿਮ ਰਹਿਨੁਮਾ ਨੇ ਮਰਕਜ਼ੀ, ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਅਗਰ PTI ਮੌਲਾਨਾ ਫਜ਼ਲ ਰਹਿਮਾਨ ਦੇ ਨਾਲ ਬਹਿ ਸਕਦੀ ਤੇ ਸਾਡੇ ਨਾਲ ਕਿਉਂ ਨਹੀਂ। ਇਹਨੂੰ ਤੁਸੀਂ ਉਹ ਜੋੜੋ ਜਿਹੜਾ ਸਿਲਸਿਲਾ ਚੱਲਿਆ ਕਿ ਮੌਲਾਨਾ ਫਜ਼ਲ ਰਹਿਮਾਨ ਦੇ ਨਾਲ ਰਾਬਤੇ ਹੋ ਰਹੇ ਨੇ ਔਰ ਐਸਟੈਬਲਿਸ਼ਮੈਂਟ ਦੇ ਨਾਲ ਰਾਬਤੇ ਹੋ ਰਹੇ ਨੇ, ਅਤੇ ਹੁਣ ਇਹ ਸਿਆਸੀ ਜਮਾਤ ਜਿਹੜੀ ਇਹ ਦੇਖ ਰਹੀ ਕਿ ਇਹਨਾਂ ਰਾਬਤਿਆਂ ਦੇ ਨਤੀਜੇ 'ਚ ਜਿਹੜੀ ਕੁਝ ਅਰਸੇ ਬਾਅਦ ਦੀ ਸਿਆਸੀ ਸੂਰਤ ਹਾਲ ਬਣਨ ਡਈ, ਉਹਦੀ ਸ਼ਕਲ ਜਿਸ ਤਰ੍ਹਾਂ ਦੀ ਬਣਦੀ ਪਈ, ਉਹ ਸਮਝਦੇ ਨੇ ਕਿ ਅਗਰ ਅਸੀਂ ਇਹਦੇ ਵਿੱਚ ਸ਼ਰੀਕ ਨਾ ਹੋਏ ਇਸ ਪ੍ਰੋਸੈਸ ਦੇ ਵਿੱਚ, ਅਤੇ ਅਸੀਂ ਅਵਾਮੀ ਜਿਹੜੇ ਬੇਜ਼ਾਰੀ ਔਰ ਗਜ਼ਬ ਹੈ ਉਹਦਾ ਸ਼ਿਕਾਰ ਹੋ ਜਾਵਾਂਗੇ। ਉਹ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਨੇ ਇਸ ਸੂਰਤ ਹਾਲ ਦੇ ਵਿੱਚ, ਔਰ ਇਸੇ ਵਾਸਤੇ ਹੀ ਉਹਨਾਂ ਨੇ ਇਹ ਕਹਿਣਾ ਸ਼ੁਰੂ ਕੀਤਾ। ਉਸ ਤੋਂ ਪਹਿਲੇ ਵੀ ਇਹ ਗੱਲਾਂ ਆਈਆਂ ਨੇ ਪੀਪਲਜ਼ ਪਾਰਟੀ ਦੇ ਕਈ ਲੀਡਰਾਂ ਵੱਲੋਂ, ਈਵਨ ਕਿ ਬਿਲਾਵਲ ਨੇ ਵੀ ਗੱਲ ਇਹ ਕੀਤੀ, ਅਤੇ ਉਹਨਾਂ ਨੇ ਇਹ ਗੱਲ ਇਹ ਕੀਤੀ ਸੀ ਅਸੈਂਬਲੀ ਦੇ ਫਲੋਰ 'ਤੇ ਖਲੋ ਕੇ ਕਿ PTI ਨੂੰ ਪਤਾ ਹੈ ਕਿ ਉਹਨਾਂ ਨੇ ਕਿੰਨਾ ਮਿੰਨਤ ਤਰਲਾ ਕਰਨਾ ਹੈ। ਅਤੇ ਉਹ ਠੀਕ ਕਹਿ ਰਹੇ ਨੇ, ਅਗਰਚੇ ਉਹਨਾਂ ਤੰਜ਼ ਕੀਤਾ, ਲੇਕਿਨ ਜਿਹੜੀ PTI ਦੀ ਕਿਆਦਤ ਹੈ ਉਹਨੇ ਤੈਅ ਕਰ ਲਿਆ ਕਿ ਹੁਣ ਗੱਲ ਜਿਹੜੀ ਹੈ ਉਹ ਉਹਨਾਂ ਲੋਕਾਂ ਨਾਲ ਕਰਨੀ ਜਿਹੜੇ ਫੈਸਲੇ ਜਿਨ੍ਹਾਂ ਦੇ ਹੁੰਦੇ ਨੇ, ਅਤੇ ਉਹਨਾਂ ਲੋਕਾਂ ਦੇ ਨਾਲ ਨਹੀਂ ਕਰਨੀ ਜਿਹੜੇ ਨਾ ਤਾਂ ਫੈਸਲੇ ਕਰ ਸਕਦੇ ਨੇ ਅਤੇ ਨਾ ਹੀ ਆਪਣੇ ਫੈਸਲਿਆਂ ਦੇ ਉੱਤੇ ਅਮਲ ਦਰਾਮਦ ਕਰਾ ਸਕਦੇ ਨੇ। ਅਤੇ ਇਹ ਇੱਕ ਪੋਲੀਟੀਕਲ ਲੈਂਡਸਕੇਪ ਦੇ ਉੱਤੇ ਸਾਨੂੰ ਇੱਕ ਡਿਵੈਲਪਮੈਂਟ ਬੜੀ ਨਜ਼ਰ ਆ ਰਹੀ ਹੈ, ਵਾਜ਼ੇ ਕਿਸਮ ਦੀ। ਇਹਨੂੰ ਤਜਜ਼ੀਏਕਾਰ ਜਿਹੜੇ ਨੇ ਆਮ ਤੌਰ 'ਤੇ ਇਹਨਾਂ ਨੂੰ ਜਿਹੜੇ ਜਮਾਤਾਂ ਦੇ ਤਰਜਮਾਨ ਹੁੰਦੇ ਨੇ ਉਹ ਵੀ ਚੂੰਕਿ ਤਜਜ਼ੀਏਕਾਰ ਬਣ ਗਏ ਨੇ, ਅਤੇ ਉਹ ਇਬਤਦਾਈ ਤੌਰ 'ਤੇ ਇਹਨਾਂ ਚੀਜ਼ਾਂ ਦੀ ਤਰਦੀਦ ਕਰਦੇ ਨੇ। ਜਿਹੜਾ ਪੈਟਰਨ ਸਾਡੇ ਇੱਥੇ ਹੈਗਾ ਕਿ ਕਿਸੇ ਇੱਕ ਸੂਰਤ ਹਾਲ ਦੇ ਉੱਤੇ ਮੌਕਫ ਕਿਵੇਂ ਆਉਂਦੇ ਨੇ ਜਮਾਤਾਂ ਦੇ, ਇਦਾਰਿਆਂ ਦੇ ਔਰ ਗਰੋਹਾਂ ਦੇ, ਤਨਜ਼ੀਮਾਂ ਦੇ। ਅਤੇ ਇਬਤਦਾਈ ਤੌਰ 'ਤੇ ਇਹ ਚੂੰਕਿ ਸਾਡੇ ਹਾਂ ਵੀ ਇਨਕਾਰ ਦੀ ਇੱਕ ਕੈਫੀਅਤ ਹੈ, ਅਤੇ ਇਹ ਵੀ ਸਾਰਾ ਦੱਸਣਗੇ ਕਿ ਜਨਾਬ ਇਹ ਕੋਈ ਰਾਬਤੇ ਨਹੀਂ ਹੋ ਰਹੇ, ਇਹ ਮੁਲਕ ਦੇ ਜਿਹੜੇ ਮਸਾਇਲ ਨੇ ਉਹਦੇ ਹੱਲ ਵਾਸਤੇ ਸਾਰੀਆਂ ਕੁਵਤਾਂ ਨੂੰ ਜਾਂ ਸਾਰੇ ਇੰਤਜ਼ਾਮੀ ਯੂਨਿਟ ਜਿਹੜੇ ਨੇ ਵਫਾਕ ਔਰ ਸੂਬੇ ਉਹਨਾਂ ਨੇ ਇਕੱਠੇ ਕਿਤੇ ਨਾ ਕਿਤੇ ਕਰਨਾ ਹੁੰਦਾ, ਅਤੇ ਇਹ ਇਸੇ ਤਨਾਜ਼ਰ ਦੇ ਵਿੱਚ ਹੀ ਹੈਗੇ ਨੇ। ਲੇਕਿਨ ਇਹ ਇਸ ਤਨਾਜ਼ਰ ਦੇ ਵਿੱਚ ਮੈਂ ਇਹਨੂੰ ਨਹੀਂ ਸਮਝ ਰਿਹਾ। ਵਾਜ਼ੇ ਤੌਰ 'ਤੇ ਮੈਂ ਗੱਲ ਕਰਨਾ, ਇਹ ਸਿਰਫ ਇਸ ਤਨਾਜ਼ਰ 'ਚ ਨਹੀਂ ਹੈਗਾ। ਜ਼ਾਹਿਰ ਹੈ ਸੂਬੇ ਔਰ ਉਹਦੇ ਸਰਬਰਾਹ ਜਦੋਂ ਆਪਸ 'ਚ ਗੱਲ ਕਰਦੇ ਨੇ ਜਾਂ ਮਿਨਿਸਟਰਸ ਗੱਲ ਕਰਦੇ ਨੇ ਜਾਂ ਨੁਮਾਇੰਦੇ ਇਦਾਰਿਆਂ ਦੇ ਕਰਦੇ ਨੇ, ਅਤੇ ਉਹਦੇ ਨਾਲ ਮੁਲਕ ਦਾ, ਰਿਆਸਤ ਦਾ ਜਿਹੜਾ ਇਸਤਹਿਕਾਮ ਹੈ ਉਹ ਤਾਂ ਪੇਸ਼ੇ ਨਜ਼ਰ ਹੁੰਦਾ ਹੈ, ਲੇਕਿਨ ਉਹਦੇ ਨਾਲ ਨਾਲ ਇਹ ਉਹਨਾਂ ਦੇ ਆਪਣੇ ਕੁਝ ਲਾਈਨਸ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਟੋਕ ਕਰ ਰਹੇ ਹੁੰਦੇ ਨੇ। ਅਤੇ ਇਸ ਵਕਤ ਸਾਰੇ ਸੂਰਤ ਹਾਲ ਬਦਲੀ ਤਾਂ ਵੀ ਸਾਨੂੰ ਨਜ਼ਰ ਆ ਰਹੀ ਕਿ ਜਿਹੜਾ ਸਮਝਿਆ ਜਾਂਦਾ ਸੀ ਸਾਡੇ ਹਾਂ ਇੱਕ ਕਲਾਸੀਕਲ ਇੱਕ ਡਿਵੀਜ਼ਨ ਹੈਗੀ ਸੀ ਕਿ ਉਲਮਾ ਦੀਆਂ ਤਨਜ਼ੀਮਾਂ ਕੁਝ ਔਰ ਜਮਾਤਾਂ, ਫਿਰ ਤਾਜਰਾਂ ਦੀਆਂ ਤਨਜ਼ੀਮਾਂ, ਔਰ ਉਹਦੇ ਨਾਲ ਜਨਾਬ ਕੁਝ ਫਿਨਾਂਸਰ ਹੁੰਦੇ ਸੀ, ਕੁਝ ਓਵਰਸੀਜ਼ ਸਨ ਔਰ ਜਮਾਤਾਂ ਸਨ। ਇਹਨਾਂ ਦੇ ਵਿੱਚ ਨਾ ਉਹ ਵਾਜ਼ੇ ਆਵਾਜ਼ਾਂ ਹੁੰਦੀਆਂ ਸੀ ਕਿ ਜਿਹੜੀਆਂ ਐਸਟੈਬਲਿਸ਼ਮੈਂਟ ਦੇ ਨਾਲ ਜਾਂਦੀਆਂ ਸੀ। ਐਸਟੈਬਲਿਸ਼ਮੈਂਟ ਜੋ ਕਹਿੰਦੀ ਸੀ, ਜਿਹੜਾ ਇਸ਼ਾਰਾ ਕਰਦੀ ਸੀ, ਇਹ ਉਸ ਪਾਸੇ ਜਾਂਦੇ ਸੀ। ਲੇਕਿਨ ਇਸ ਦਫਾ ਉੱਥੇ ਸਾਨੂੰ ਇਹ ਨਜ਼ਰ ਆ ਰਿਹਾ ਕਿ ਜਾਂ ਤਾਂ ਸਿਆਸੀ ਸਤ੍ਹਾ ਦੇ ਉੱਤੇ ਜਿਹੜੇ ਜੋ ਕੁਝ ਹੋਇਆ ਉਹਦੀ ਮੁਖਾਲਫਤ ਇਹਨਾਂ ਤਨਜ਼ੀਮਾਂ ਔਰ ਗਰੋਹਾਂ ਦੇ ਵਿੱਚ ਹੈਗੀ, ਜਾਂ ਫਿਰ ਉੱਥੋਂ ਇਹ ਮਸ਼ਵਰਾ ਆ ਰਿਹਾ ਵੇ ਐਸਟੈਬਲਿਸ਼ਮੈਂਟ ਨੂੰ ਕਿ ਤੁਸੀਂ ਸਿਆਸੀ ਮੁਫਾਹਮਤ ਵੱਲ ਜਾਓ, ਤੁਸੀਂ ਕਿਸੇ ਸਿਆਸੀ ਜਮਾਤ ਦੇ ਕਹਿਣ ਦੇ ਉੱਤੇ ਦੂਸਰੀ ਸਿਆਸੀ ਜਮਾਤ ਦੇ ਹਵਾਲੇ ਨਾਲ ਐਸੇ ਇਕਦਾਮਾਤ ਨਾ ਕਰੋ ਜਿਹਦੇ ਨਾਲ ਮੁਲਕ ਦੇ ਵਿੱਚ ਅਦਮ ਇਸਤਹਿਕਾਮ ਪੈਦਾ ਹੋਵੇ। ਮੇਰੇ ਇਲਮ 'ਚ ਕੁਝ ਐਸੀ ਮੁਲਾਕਾਤਾਂ ਵੀ ਆ ਰਹੀਆਂ ਨੇ ਕਿ ਜਿਹਦੇ ਵਿੱਚ ਕੁਝ ਲੋਕ ਜਿਹੜੇ ਨੇ ਦੂਸਰੇ ਮੁਲਕ ਤੋਂ ਆਏ ਪਾਕਿਸਤਾਨੀ ਜਾਂ ਗੈਰ ਮੁਲਕੀ ਜਿਹੜੇ ਨੇ ਉਹ ਵੀ ਇਨਵੈਸਟਰਸ ਜਿਹੜੇ ਨੇ ਉਹ ਵੀ ਕਹਿ ਰਹੇ ਨੇ ਹਕੂਮਤ ਨੂੰ ਔਰ ਫੈਸਲਾ ਕਰਨ ਵਾਲੇ ਹਲਕਿਆਂ ਨੂੰ, ਜ਼ਾਹਿਰ ਉਹਦੇ ਵਿੱਚ ਐਸਟੈਬਲਿਸ਼ਮੈਂਟ ਵੀ ਸ਼ਾਮਿਲ ਹੈ, ਕਿ ਤੁਸੀਂ ਇਹ ਅਦਮ ਇਸਤਹਿਕਾਮ ਦਾ ਜਿਹੜਾ ਮਾਹੌਲ ਹੈ ਇਹਨੂੰ ਖ਼ਤਮ ਕਰੋ। ਇਹਨੂੰ ਖ਼ਤਮ ਕਰੋਗੇ ਤੇ ਸਾਊਦੀ ਅਰਬ ਵੀ ਇਨਵੈਸਟਮੈਂਟ ਕਰੇਗਾ, ਕੁਵੈਤ ਵੀ ਕਰੇਗਾ, ਕਤਰ ਵੀ ਕਰੇਗਾ ਔਰ UAE ਵੀ ਕਰੇਗਾ। ਇਹ ਤਾਂ ਸਾਡੇ ਦੋਸਤ ਬ੍ਰਦਰ ਮੁਲਕ ਨੇ, ਇਹਨਾਂ ਵੱਲੋਂ ਵੀ ਇਹੋ ਹੀ ਮਸ਼ਵਰਾ ਆਇਆ। ਅਤੇ ਜਦੋਂ ਮਸ਼ਵਰੇ ਵੀ ਸਾਰੇ ਇੰਝ ਆਉਣੇ ਸ਼ੁਰੂ ਹੋ ਗਏ ਅਤੇ ਜਿਹੜੇ ਇੱਕ ਦੂਸਰਾ ਟਰੈਕ ਹੈਗਾ ਸੀ ਮੁਕੱਦਮਾਤ ਦਾ,
ਉਸ ਮੁਕੱਦਮਾਤ ਦੇ ਵਿੱਚ ਵੀ ਅਗਲੇ 1-2 ਦਿਨ ਔਰ 4 ਦਿਨ ਬੜੇ ਅਹਿਮ ਹੈਗੇ ਨੇ। ਅਹਿਮ ਮੁਕੱਦਮਾਤ ਜਿਹੜੇ ਨੇ ਉਹ ਅਦਾਲਤਾਂ ਦੇ ਵਿੱਚ ਲੱਗੇ ਨੇ ਅਤੇ ਉਹਨਾਂ ਦੇ ਫੈਸਲੇ ਆਉਣਗੇ, ਫੈਸਲੇ ਮਹਿਫੂਜ਼ ਹੋਣਗੇ ਜਾਂ ਉਹਨਾਂ ਉੱਤੇ ਕੋਈ ਅਹਿਮ ਹੀਅਰਿੰਗ ਹੋਵੇਗੀ। ਇਹ ਅਗਲੇ ਚੰਦ ਦਿਨਾਂ ਦੇ ਵਿੱਚ ਉੱਧਰੋਂ ਵੀ ਕੋਈ ਖਬਰਾਂ ਜਿਹੜੀਆਂ ਨੇ ਆਉਣ ਦੇ ਚਾਂਸਿਸ ਮੌਜੂਦ ਨੇ। ਅਤੇ ਇਹ ਵਾਲੀ ਸੂਰਤ ਹਾਲ ਜਿਹੜੀ ਇੱਕ ਵਾਜ਼ਿਬ ਔਰ ਮੈਂ ਇਹਨੂੰ ਉਮੀਦ ਅਫਜ਼ਾ ਇਸ ਵਾਸਤੇ ਸਮਝਦਾ ਕਿ ਇਹ ਕਿਸੇ ਇਦਾਰੇ, ਜਮਾਤ ਔਰ ਕਿਸੇ ਗਰੋਹ ਦੀ ਹਾਰ ਜਿੱਤ ਨਹੀਂ ਹੈਗੀ। ਇਹਦੇ ਵਿੱਚ ਇੱਕ ਸਿਲਵਰ ਲਾਈਨ ਜਿਹੜੀ ਮੈਨੂੰ ਬਤੌਰ ਪਾਕਿਸਤਾਨੀ ਨਜ਼ਰ ਆਈ ਉਹ ਇਹ ਵੇ ਕਿ ਮੁਲਕ ਦੇ ਵਿੱਚ ਇਸਤਹਿਕਾਮ ਦੀ ਜਿਹੜੀ ਨੇ ਨਾ ਉਹ ਇਮਕਾਨਾਤ ਪੈਦਾ ਹੋਏ ਨੇ। ਹਾਂ, ਇਹ ਜ਼ਰੂਰ ਹੈ ਕਿ ਕੁਝ ਉਹ ਲੋਕ ਜਿਹੜੇ ਜਿਨ੍ਹਾਂ ਦੇ ਮਕਸਦ ਵਾਸਤੇ ਇਹ ਸਾਰਾ ਕੁਝ ਖੇਡ ਹੋਇਆ ਪਿਛਲੀ ਦਫਾ, ਉਹਨਾਂ ਨੂੰ ਮਾਯੂਸੀ ਜ਼ਰੂਰ ਹੋ ਸਕਦੀ। ਉਹ ਇਹ ਸਮਝਣਗੇ ਕਿ ਸਾਡੀ ਸਰਪ੍ਰਸਤੀ ਕਰਨ ਵਾਲੀਆਂ ਕੁਵਤਾਂ ਜਿਹੜੀਆਂ ਨੇ ਉਹ ਸ਼ਾਇਦ ਦੂਸਰੇ ਪਾਸੇ ਜਾ ਰਹੀਆਂ, ਕਿਉਂਕਿ ਇਹ ਗੱਲ ਇਸ ਤਰ੍ਹਾਂ ਨਹੀਂ ਹੈਗੀ। ਉਹਨਾਂ ਕੁਵਤਾਂ ਦਾ ਵੀ ਮੇਰਾ ਖਿਆਲ ਹੈ ਪੇਸ਼ੇ ਨਜ਼ਰ ਪਾਕਿਸਤਾਨ ਦਾ ਮਫਾਦ ਹੀ ਹੋਵੇਗਾ। ਅਤੇ ਸਾਨੂੰ ਸਾਰਿਆਂ ਨੂੰ ਵੀ ਇਹ ਛੇਤੀ ਸਮਝ ਲੈਣਾ ਚਾਹੀਦਾ ਕਿ ਅਸੀਂ ਕੁਝ ਵੀ ਹੈਗੇ ਹਾਂ, ਜਿਸ ਤਰ੍ਹਾਂ ਵੀ ਲੜੀਏ, ਹੱਸੀਏ, ਇੱਕ ਦੂਸਰੇ ਦੇ ਖਿਲਾਫ ਹੋਈਏ, ਇੱਕ ਦੂਸਰੇ ਦੇ ਨਾਲ ਹੋਈਏ, ਸਾਡਾ ਸਭ ਨਾਲੋਂ ਪਹਿਲਾ ਮਫਾਦ ਜਿਹੜਾ ਪਾਕਿਸਤਾਨ ਹੈ। ਅਤੇ ਅਗਰ ਇਸ ਸੂਰਤ ਹਾਲ ਦੇ ਵਿੱਚ ਬਦਲਦੀ ਹੋਈ ਰਾਬਤਿਆਂ ਦੇ ਵਿੱਚ ਅਗਰ ਪਾਕਿਸਤਾਨ ਦਾ ਮਫਾਦ ਹੁੰਦਾ ਹੈ ਤਾਂ ਇਹਨੂੰ ਵੈਲਕਮ ਕਹਿਣਾ ਚਾਹੀਦਾ ਹੈ। ਜਿਉਂਦੇ ਰਹੋ, ਵਾਸਤੇ ਰਹੋ।